ਕਿ ਕੁਝ ਨਾ ਕੁਝ ਹੋਣਾ ਵੈ, ਹੂੰ, ਉਹਦੀ ਭਿਣਕ ਮਿਲ ਜਾਂਦੀ ਹੈ, ਹੂੰ, ਉਹਦੀ ਪੂਰੀ ਤਰ੍ਹਾਂ ਦੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ। ਨੂੰ ਸਿੱਖਾਂ ਨੂੰ ਮਾਰਿਆ ਗਿਆ ਜੀ, ਸਰਕਾਰ ਵੱਲੋਂ, ਸਰਕਾਰ ਦੇ ਬੰਦਿਆਂ ਵੱਲੋਂ। ਉਹਦੇ ਵਿੱਚ ਮੇਰੇ ਬ੍ਰਦਰ ਲਾਲ ਨੂੰ ਗ- ਗੱਲ ਦੇ ਵਿੱਚ ਗੱਲ ਕਰਦਿਆਂ ਮੈਨੂੰ ਗੱਲਾਂ ਭਰ ਆਉਂਦਾ ਹੈ, ਉਹਨੂੰ ਜ਼ਹਿਰ ਪਾ ਕੇ ਸਾੜ ਦਿੱਤਾ ਗਿਆ ਸੀ। ਇਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬੈਕ ਸਾਈਡ ਤੇ ਗਟਰ ਸੀਗਾ, ਉਹਦੇ ਵਿੱਚੋਂ ਸਕਲ ਨਿਕਲੀ ਸੀਗੀ ਜੀ, ਤੇ ਉਹ ਟੈਲੀਗ੍ਰਾਫ ਨੇ ਆਪਣੀ ਬੁੱਕ ਪੇਜ ਤੇ ਛਾਪੀ ਹੈ। ਉਸ ਵੇਲੇ ਵੀ ਕੀ ਪੰਜਾਬ ਦੇ ਵਿੱਚ ਅੱਧੇ ਲੋਕ ਇਹ ਚੀਜ਼ ਮੰਨਦੇ ਸੀ ਵੀ ਜੋ ਸਰਕਾਰ ਪ੍ਰਚਾਰ ਕਰ ਰਹੀ ਹੈ, ਜੋ ਕਿਉਂਕਿ ਇੱਥੇ ਦੇਖਣ ਨੂੰ ਮਿਲਿਆ ਕਿ ਜੇ ਇੱਕ ਪਾਸੇ ਦਰਦ ਸੀ ਲੋਕਾਂ ਦੇ ਵਿੱਚ, ਦੂਜੇ ਪਾਸੇ ਕੁਝ ਜਗ੍ਹਾ ਤੇ ਖੁਸ਼ੀ ਮਨਾਈ ਗਈ ਆ, ਫੌਜੀਆਂ ਨੂੰ ਲੰਗਰ ਛਕਾਏ ਗਏ ਔਰ ਫੌਜੀਆਂ ਨੂੰ ਛਬੀਲਾਂ ਦਾ ਪਾਣੀ ਪਿਆਇਆ ਗਿਆ ਖੁਸ਼ੀ ਦੇ ਵਿੱਚ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ, ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਅੱਜ ਇਤਿਹਾਸ ਦੇ ਉਸ ਪੰਨੇ ਨੂੰ ਜਿਉਂਦਾ ਤਿਉਂ ਸਾਡੇ ਤੱਕ ਹੁਣ ਤੱਕ ਵੀ ਭੇਜਣ ਦੇ ਵਿੱਚ ਜਿਹੜੇ ਖਾਸ ਇਨਸਾਨ ਕਾਮਯਾਬ ਹੋਏ ਆ, ਖਾਸ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ। ਉਸ ਸਮੇਂ ਦੇ ਪੱਤਰਕਾਰ ਦੇ ਵਜੋਂ ਭੂਮਿਕਾ ਅਦਾ ਕੀਤੀ ਔਰ ਜਿਨ੍ਹਾਂ ਨੇ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਜਿਹੜੀਆਂ ਸਿੱਖ ਕੌਮ ਦੇ ਲਈ ਬਹੁਤ ਜ਼ਿਆਦਾ ਕੀਮਤੀ ਨੇ, ਉਹਨਾਂ ਤਸਵੀਰਾਂ ਨੂੰ ਸਿੱਖ ਕੌਮ ਦੇ ਤੱਕ ਹੁਣ ਤੱਕ ਦੇ ਲਈ ਸਾਂਭੇ ਰੱਖਣ ਦਾ ਯਤਨ ਕੀਤਾ, ਪਹੁੰਚਾਉਣ ਦਾ ਯਤਨ ਕੀਤਾ ਐਜ਼ ਅ ਪੱਤਰਕਾਰ, ਜਿਨ੍ਹਾਂ ਨੇ ਉਸ ਸਮੇਂ ਸੇਵਾ ਨਿਭਾਈ ਸੀ ਤੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਨਮੁਖ ਅਜੇ ਤੱਕ ਸਾਂਭ ਕੇ ਇਸ ਕੌਮ ਨੂੰ ਦਿੱਤੀਆਂ ਹੈਗੀਆਂ। ਉਹਨਾਂ ਦੇ ਨਾਲ ਮੌਜੂਦ ਹਾਂ। ਮੇਰੇ ਨਾਲ ਸਤਪਾਲ ਦਾਨਿਸ਼ ਜੀ ਮੌਜੂਦ ਨੇ, ਜਿਨ੍ਹਾਂ ਨੇ ਉਸ ਵੇਲੇ ਪੱਤਰਕਾਰੀ ਦੇ ਦੌਰਾਨ ਫੋਟੋਗ੍ਰਾਫੀ ਜਿਹੜੀ ਆ ਪੱਤਰਕਾਰੀ ਕੀਤੀ ਔਰ ਉਹਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਤਸਵੀਰਾਂ ਖਿੱਚੀਆਂ ਜਿਹੜੀਆਂ 1984 ਨਾਲ ਸੰਬੰਧਿਤ ਨੇ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਪ੍ਰਚਾਰ ਹੋਰ ਕੀਤਾ ਗਿਆ, ਪਰ ਹਕੀਕਤ ਜਦੋਂ ਤਸਵੀਰਾਂ ਮੂੰਹ ਬੋਲਦੀਆਂ ਸਾਡੇ ਸਾਹਮਣੇ ਰੂਬਰੂ ਖੜੀ ਹੋ ਜਾਂਦੀ। ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਤੋਂ ਉਸ ਸਮੇਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਤੇ ਇੱਕ ਪੱਤਰਕਾਰ ਦੇ ਵਜੋਂ ਕਿਸ ਤਰੀਕੇ ਨਾਲ ਘਟਨਾਵਾਂ ਨੂੰ ਦੇਖਿਆ, ਵਾਚਿਆ ਔਰ ਜਿਹੜੀਆਂ ਬਾਅਦ ਦੇ ਵਿੱਚ ਪੇਸ਼ ਹੋਈਆਂ ਉਹਨਾਂ ਦੇ ਬਾਰੇ 'ਚ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਵਾਗਤ। ਇੱਕ ਪੱਤਰਕਾਰ ਦੇ ਵਜੋਂ ਜਿਹੜੀ ਆ ਤੁਹਾਡੇ ਤੋਂ ਉਹ ਉਸ ਸਮੇਂ ਬਾਰੇ ਜਾਣਨਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਗੱਲ ਹੋਈ, ਘਟਨਾਵਾਂ ਦੱਸੀਆਂ, ਅੰਦਰ ਕੀ ਕੁਝ ਵਾਪਰਿਆ, ਕੌਣ ਕਿੱਥੇ ਸੀ, ਕੀ ਹੋਇਆ, ਕਿਵੇਂ ਹਾਲਾਤ ਬਣਦੇ ਗਏ। ਪਰ ਇੱਕ ਪੱਤਰਕਾਰ ਦੇ ਨਾਤੇ ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਮੈਨੂੰ ਇਹ ਵੀ ਦੱਸ ਦਿਓ ਕਿ ਟੈਲੀਗ੍ਰਾਫ ਦੇ ਨਾਲ ਹੀ ਸੰਬੰਧਿਤ ਸੀ ਜਾਂ ਉਸ ਵੇਲੇ ਹੋਰ ਵੀ ਚੀਜ਼ਾਂ ਨਾਲ ਜੁੜੇ ਹੋਏ ਸੀ ਤੁਸੀਂ? ਨਹੀਂ, ਕਾਫੀ ਅਖਬਾਰਾਂ ਨਾਲ ਜੁੜਿਆ ਸੀ, ਪੰਜਾਬ ਦੇ ਸਾਰੇ ਤਕਰੀਬਨ ਅਖਬਾਰਾਂ ਨਾਲ ਜੁੜਿਆ ਸੀ। ਫਰੀਲਾਂਸਰ ਮੈਂ ਕਰਦਾ ਸੀ। ਉਹ ਆਫੀਸ਼ੀਅਲੀ ਮੈਂ ਉਦੋਂ ਟੈਲੀਗ੍ਰਾਫ ਲਈ ਤੇ AFP ਲਈ ਕੰਮ ਕਰਦਾ ਸੀਗਾ ਤੇ ਕਾਫੀ ਜਿਹੜੇ ਮੈਗਜ਼ੀਨ ਨਿਕਲਦੇ ਸੀਗੇ ਹਫ਼ਤਾਵਾਰੀ, ਉਹਨਾਂ ਦੇ ਨਾਲ ਅਟੈਚ ਸੀਗਾ ਜੀ। ਅਖਬਾਰਾਂ ਨਾਲ ਵੀ ਸੀਗਾ, ਹੈਦਰਾਬਾਦ ਤੋਂ, ਬੰਗਾਲ ਤੋਂ, ਕੇਰਲਾ ਤੋਂ, ਜਿੰਨੇ ਵੀ ਪੁਰਾਣੇ ਜਿਹੜੇ ਅਜੇ ਵੀ ਵਿਚਰਦੇ ਨੇ ਉਹਨਾਂ ਨਾਲ ਸੀਗਾ ਮੈਂ ਜੀ। ਇੱਕ ਪੱਤਰਕਾਰ ਹੋਣ ਦੇ ਨਾਤੇ, ਕਿਉਂਕਿ ਪੱਤਰਕਾਰ ਹਰ ਇੱਕ ਚੀਜ਼ ਨੂੰ ਖਬਰ ਦੇ ਤੌਰ ਤੇ ਲੈਂਦੇ ਆ ਤੇ ਉਹ ਫਿਰ ਜਦੋਂ ਇਹ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਪਹਿਲਾਂ ਉਹ ਕਿਹੜਾ ਪਲ ਸੀ, ਕਿਹੜਾ ਮੂਮੈਂਟ ਸੀ ਜਦੋਂ ਤੁਸੀਂ ਦਰਬਾਰ ਸਾਹਿਬ ਨਾਲ ਜਦੋਂ ਕੁਝ ਹੋਣਾ ਉਹਦੀ ਜਦੋਂ ਨੀਂਹ ਰੱਖੀ ਜਾਂਦੀ, ਉਹ ਪਹਿਲੀ ਤਸਵੀਰ ਕਿਹੜੀ ਲੈਣੀ ਹੈ ਔਰ ਅੰਦਾਜ਼ਾ ਤੁਹਾਨੂੰ ਕੀ ਲੱਗਿਆ ਸੀ ਉਦੋਂ? ਮੈਂ ਤਕਰੀਬਨ ਇਹ ਕੰਮ ਦੇ ਵਿੱਚ 1976 ਦੇ ਵਿੱਚ 75 ਦੇ ਲੱਗ ਜਾ ਕੇ ਪਿਆ ਮੈਂ ਜੀ। ਕੋਈ ਪੇਂਟਿੰਗ ਕਰਦਾ ਸੀ ਕਿ ਪੇਂਟਿੰਗ ਦੇ ਨਾਲ ਪਰਿਵਾਰ ਦਾ ਢਿੱਡ ਨਹੀਂ ਸੀ ਭਰਿਆ ਜਾ ਸਕਦਾ ਜੀ। ਤੇ ਪੰਜਾਬ ਦੇ ਵਿੱਚ ਹਾਲਾਤ ਕੁਝ ਉਹੋ ਜਿਹੇ ਬਣੇ ਹੋਏ ਸੀ, ਬੜੇ ਵਿਸਫੋਟਕ, ਤੇ ਪੱਤਰਕਾਰ ਨੂੰ ਸਮਝ ਆ ਜਾਂਦੀ ਹੈ ਜੀ ਕਿ ਕੁਝ ਨਾ ਕੁਝ ਹੋਣਾ ਵੈ, ਉਹਦੀ ਭਿਣਕ ਮਿਲ ਜਾਂਦੀ ਹੈ, ਉਹਦੀ ਖੁਸ਼ਬੂ ਤੇ ਨਹੀਂ ਮੈਂ ਸਮਝਦਾ, ਉਹਦੀ ਮਤਲਬ ਕਿ ਹੋਰ ਤਰ੍ਹਾਂ ਦੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ। ਤੇ 78 ਦੇ ਵਿੱਚ ਜਿਹੜਾ ਵਾਕਿਆ ਹੋਇਆ ਨਰਕਾਰੀ ਕਾਂਡ ਦੇ ਵਿੱਚ ਜਿਹੜੇ 13 ਸਿੰਘ ਸ਼ਹੀਦ ਹੋਏ ਨੇ, ਉਹਨੂੰ ਖਿੱਚਣ ਤੋਂ ਬਾਅਦ ਮੈਂ ਪੱਕਾ ਵਿਸ਼ਵਾਸ ਕਰ ਲਿਆ ਕਿ ਇਸ ਤੋਂ ਵੱਡਾ ਹੋਰ ਕਈ ਕੁਝ ਵਾਪਰਨਾ ਹੈ। ਅੱਛਾ, ਇਹ ਪੱਤਰਕਾਰ ਦੀ ਸੋਚ ਹੁੰਦੀ ਹੈ। ਬੀਇੰਗ ਆਰਟਿਸਟ ਮੈਂ ਵੀ ਉਹ ਵੀ ਸੋਚ
ਲੱਗਦਾ ਸੀਗਾ, ਜੀ ਕਿਉਂਕਿ ਜਿਹੋ ਜਿਹਾ ਵਾਤਾਵਰਨ ਸੀ ਇਸ ਦੇ ਵਿੱਚ ਕਿ ਹਰ ਪੋਲੀਟੀਕਲ ਪਾਰਟੀ ਦੇ ਜਿਹੜੇ ਕਾਰਕੁਨ ਹੁੰਦੇ ਨੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਨੇ। ਹੂੰ ਜਿਹੜਾ ਵਿਰੋਧ ਹੈ ਜਥੇਬੰਦਿਕ ਤੌਰ ਤੇ ਹੋਣਾ ਬੜਾ ਖੂਨਖਾਰੀ ਹੁੰਦਾ ਵੈ, ਜੀ ਉਹਦੇ ਵਿੱਚ ਖੂਨ ਵੀ ਵਹਾਇਆ ਜਾਂਦਾ ਹੈ। ਹੂੰ ਤੇ ਜਦੋਂ ਸੰਤ ਇੱਥੇ ਆਏ ਨੇ ਮਹਿਤੇ ਤੋਂ ਤੇ ਕਾਫੀ ਚੰਗਾ ਮਾਹੌਲ ਸੀਗਾ, ਬੜਾ ਵਧੀਆ ਸੀਗਾ। ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ, ਬਾਬਾ ਠਾਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੰਤਾਂ ਨੇ ਮੋਰਚਾ ਲਾਇਆ। ਉਹ ਬੜੀ ਜਲਦੀ ਅਕਾਲੀ ਦਲ ਨੂੰ ਭਾਪ ਗਿਆ ਕਿ ਇਹ ਤੇ ਸੰਤਾਂ ਦੇ ਦੁਆਲੇ ਨੌਜਵਾਨ ਪੀੜ੍ਹੀ ਇਕੱਠੀ ਹੋ ਰਹੀ ਹੈ, ਸ਼੍ਰੋਮਣੀ ਕਮੇਟੀ ਦੇ ਮੈਂਬਰ ਇਕੱਠੇ ਹੋ ਰਹੇ ਨੇ ਤੇ ਇਹ ਤੇ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਹੋਣ ਨੂੰ ਖਤਰਾ ਪੈਦਾ ਹੋ ਜਾਏਗਾ। ਤੇ ਮੈਂ ਮਹਿਸੂਸ ਕੀਤਾ, ਮੈਨੂੰ ਨਹੀਂ ਪਤਾ ਉਹਨਾਂ ਦੀ ਵਿਚਾਰਧਾਰਾ ਕੀ ਸੀਗੀ, ਜੋ ਵੀ ਸੀਗਾ, ਕਿਉਂਕਿ ਮੈਂ ਕਾਫੀ ਪੋਲੀਟੀਕਲ ਬੰਦਿਆਂ ਦੇ ਵਿੱਚ ਵਿਚਰਦਾ ਰਿਹਾ, ਮੈਂ ਸਿਰਫ ਉਹਨਾਂ ਨੂੰ ਸਮਝਣ ਆਈ। ਤੇ ਉਸ ਵੇਲੇ ਇਹ ਮਹਿਸੂਸ ਹੋਇਆ ਕਿ ਸ਼੍ਰੋਮਣੀ ਕਮੇਟੀ ਨੂੰ ਕਿ ਸਾਡੇ ਕੋਲੋਂ ਖੁੱਸਣ ਦਾ ਚਾਂਸਿਸ ਵੱਧ ਰਹੇ ਨੇ, ਕਿ ਜਿਉਂ-ਜਿਉਂ ਸਮਾਂ ਬੀਤਦਾ ਸੀਗਾ ਉਹਨਾਂ ਦੀ ਜਿਹੜੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਸੰਗਤ ਜਿਹੜੀ ਹੈ ਉਹਨਾਂ ਦੇ ਆਲੇ ਦੁਆਲੇ ਇਕੱਠੀ ਹੋ ਰਹੀ ਸੀ। ਈਵਨ ਮੈਂਬਰ ਸ਼੍ਰੋਮਣੀ ਕਮੇਟੀ ਦੇ ਵੀ ਕਾਫੀ ਉਹਨਾਂ ਨਾਲ ਜੁੜ ਗਏ ਸੀਗੇ। ਇਹ ਸਭ ਤੋਂ ਵੱਡਾ ਸੰਕੇਤ ਸੀਗਾ ਉਸ ਵੇਲੇ ਦੇ ਪੋਲੀਟੀਕਲ ਬੰਦਿਆਂ ਨੂੰ, ਜਿਹੜੇ ਉਸ ਵੇਲੇ ਕਾਬਜ਼ ਸੀਗੇ ਸ਼੍ਰੋਮਣੀ ਕਮੇਟੀ ਉੱਤੇ, ਜਿਹੜੇ ਨਹੀਂ ਸੀ ਚਾਹੁੰਦੇ ਕਿ ਇਹ ਭਾਣਾ ਵਰਤੇ। ਉਹਨਾਂ ਨੇ ਆਪਣੇ ਤਰੀਕੇ ਦੀ ਵਿਉਂਤਬੰਦੀ ਸਰਕਾਰ ਨੇ ਬਣਾਉਣੀ ਸ਼ੁਰੂ ਕੀਤੀ, ਜਿਹਦੇ ਵਿੱਚ ਉਹ ਕਾਮਯਾਬ ਹੋਏ। ਤੇ ਉਹਨਾਂ ਦਾ ਮਕਸਦ ਹੀ ਇਹੋ ਸੀਗਾ ਕਿ ਸੰਤਾਂ ਨੂੰ ਇਗਨੋਰ ਕੀਤਾ ਜਾਵੇ, ਪਬਲਿਕ ਦੇ ਵਿੱਚ ਵੀ ਉੱਦਾਂ ਵੀ। ਤੇ ਉਹ ਉਹਦਾ ਅਸਰ ਨੀਲੇ ਤਾਰਿਆਂ ਨੇ ਦਿੱਤਾ। ਤੁਸੀਂ ਪਹਿਲਾਂ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀਗੇ ਹਾਲਾਂਕਿ ਪੱਤਰਕਾਰ ਕਿਸੇ ਵੀ ਹਾਲਾਤਾਂ ਦੇ ਵਿੱਚ, ਚਾਹੇ ਕਿਵੇਂ ਦੀ ਵੀ ਹਾਲਾਤ ਹੋਣ, ਦਿਨ ਹੋਵੇ ਰਾਤ ਹੋਵੇ, ਉਹ ਕੰਮ ਕਰਦਾ। ਪਰ ਕਿਉਂਕਿ ਤੁਸੀਂ, ਤੁਹਾਡੀ ਵੇਸ਼ਭੂਸ਼ਾ, ਤੁਹਾਡਾ ਸਭ ਉਹ ਚੀਜ਼ਾਂ ਕਿਤੇ ਨਾ ਕਿਤੇ ਇਸ ਚੀਜ਼ ਤੋਂ ਪ੍ਰਭਾਵਿਤ ਵੀ ਲੱਗਦੀਆਂ। ਔਰ ਤੁਸੀਂ ਇਹ ਦੱਸਿਆ ਕਿ ਤੁਹਾਡੇ ਦਾਦਾ ਜੀ, ਤੁਹਾਡੇ ਪਿਤਾ ਜੀ ਇਸ ਚੀਜ਼ ਨਾਲ ਰਿਲੇਟਡ ਸੀ, ਔਰ ਸ਼ਹੀਦੀਆਂ ਨਾਲ ਜਾਂ ਜਿਹੜੀ ਇੱਕ ਸਿੱਖ ਕੌਮ ਦੀ ਵਿਰਾਸਤ ਹੈ ਸ਼ਹੀਦਾਂ ਦੀ ਜਾਂ ਲੜ ਮਰਨ ਦੀ, ਉਹਦੇ ਨਾਲ ਵੀ ਸੰਬੰਧਿਤ, ਉਹਦੇ ਬਾਰੇ ਵੀ ਮੈਂ ਥੋੜਾ ਜਾਣਨਾ ਚਾਹੁੰਦੀ ਹਾਂ। ਔਰ ਵਾਪਸ ਫਿਰ ਅਸੀਂ 84 ਤੇ ਆਉਂਦੇ ਹਾਂ। ਸ਼ਹੀਦੀਆਂ ਦਾ ਜਿਹੜਾ ਵਾਤਾਵਰਨ ਸੀ ਜਾਂ ਸ਼ਹੀਦੀਆਂ ਦੀ ਜਿਹੜੀ ਦਾਸਤਾਨ ਸੀ, ਉਹ ਸਾਡੇ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਸੀ। ਮੇਰੇ ਤਾਇਆ ਜੀ, ਮੇਰੇ ਪਿਤਾ ਜੀ ਦੇ ਸਭ ਤੋਂ ਵੱਡੇ ਬ੍ਰਦਰ, 1919 ਦੇ ਵਿੱਚ ਜੇ ਅਸੀਂ ਰਾਸ਼ਟਰ ਦੀ ਸੇਵਾ ਕੀਤੀ ਹੈ ਸ਼ਹੀਦੀਆਂ ਪਾ ਕੇ, ਤੇ 84 ਦੇ ਵਿੱਚ ਇੰਦਰਾ ਗਾਂਧੀ ਦੇ ਵਿੱਚ ਜਿਹੜਾ ਸਿੱਖਾਂ ਨੂੰ ਮਾਰਿਆ ਗਿਆ ਸਰਕਾਰ ਵੱਲੋਂ ਜਾਂ ਸਰਕਾਰ ਦੇ ਬੰਦਿਆਂ ਵੱਲੋਂ, ਕਿਸੇ ਤਰੀਕੇ ਨਾਲ ਵੀ, ਉਹਦੇ ਦੋ ਤਰੀਕੇ ਤੇ ਸਰਕਾਰ ਜ਼ਿਆਦਾ ਜਾਣਦੀ ਹੈ। ਉਹਦੇ ਵਿੱਚ ਮੇਰੇ ਬ੍ਰਦਰ ਲਾਲ ਨੂੰ ਗੱਲ ਦੇ ਵਿੱਚ ਗੱਲ ਕਰਦਿਆਂ ਮੈਨੂੰ ਗੱਲਾਂ ਭਰ ਆਉਂਦਾ ਹੈ, ਉਹਨੂੰ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀਗਾ। ਤੇ ਇਹ ਦੁਖਾਂਤ ਬਹੁਤ ਵੱਡਾ ਸੀਗਾ। ਤੇ ਦੁਖਾਂਤ ਜਿਹੜਾ ਸੀਗਾ ਉਹ 84 ਨੂੰ ਸਾਹਮਣੇ ਲੈ ਆਉਂਦਾ ਸੀਗਾ, ਭਾਵੇਂ 84 ਬੀਤੀ ਨੂੰ ਕਾਫੀ ਟਾਈਮ ਹੋ ਚੁੱਕਾ ਸੀਗਾ। ਪਰ ਉਹ ਜਿਹੜੀਆਂ ਜ਼ਖਮ ਮੱਲੇ ਸੀਗੇ, ਉਹ ਤਾਂ ਮੇਰਾ ਖਿਆਲ ਸਾਰੀ ਆਜ਼ਾਦੀ ਹੱਲੇ ਹੀ ਰਹਿਣਗੇ। ਜਲਿਆਂਵਾਲੇ ਬਾਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ। ਹਾਂ, ਜਲਿਆਂਵਾਲੇ ਬਾਗ ਵਿੱਚ ਮੇਰੇ ਤਾਇਆ ਜੀ ਸ਼ਹੀਦ ਹੋ ਗਏ ਸੀਗੇ, ਜਿਹੜੇ ਅਗਲੇ ਦਿਨ ਉਹਨਾਂ ਦੀ ਡੈੱਡ ਬੋਡੀ ਉੱਥੋਂ ਚੁੱਕੀ ਗਈ। ਉਹ ਆਪਣੇ ਪਿਤਾ ਮੇਰੇ ਦਾਦਾ ਜੀ ਭਾਈ ਗਿਆਨ ਸਿੰਘ ਨਕਾਸ਼ ਦੇ ਨਾਲ ਹੀ ਸਨ। ਉਹਨਾਂ ਨੂੰ ਗੋਲੀ ਵੱਜ ਗਈ ਭੱਜ ਨਸ ਦੇ ਵਿੱਚ, ਉਹ ਨਹੀਂ ਉਸ ਵੇਲੇ ਚੁੱਕੇ। ਤੇ ਉਹ ਅਗਲੇ ਦਿਨ ਉਹਦੀ ਡੈੱਡ ਬੋਡੀ ਮਿਲੀ। ਤੇ ਡੈੱਡ ਬੋਡੀ ਦੇ ਸੰਸਕਾਰ ਵੇਲੇ ਘਰ 'ਚ ਪੈਸਾ ਨਹੀਂ ਸੀ। ਕਿਸੇ ਸਿੱਖ ਪਬਲਿਸ਼ਰ ਕੋਲੋਂ ਲੋਨ ਲਿਆ, ਲੋਨ ਲੈ ਕੇ ਉਹਨਾਂ ਦਾ ਸੰਸਕਾਰ ਕੀਤਾ। ਤੇ ਉਸ ਤੋਂ ਪਿਆਰੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਕਿ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਸੋਹਣ ਸਿੰਘ ਸਵੇਰੇ ਤੇ ਸ਼ਾਮ ਨੂੰ ਪਾਣੀ ਦੀਆਂ ਗਾਗਰ ਲਿਆ ਕੇ ਸਾਡੇ ਘਰ ਪਹੁੰਚਾਏਗਾ। ਤੇ ਉਹ ਲੋਨ ਤਕਰੀਬਨ 200 ਰੁਪਏ ਦਾ ਉਸ ਜ਼ਮਾਨੇ ਦੇ ਵਿੱਚ ਬੜੇ ਪੈਸੇ ਹੁੰਦੇ ਨੇ। ਉਹ ਵੀ ਉਹ ਇਸ ਤਰ੍ਹਾਂ ਉਹ ਸੀ ਫੈਮਿਲੀ ਦੇ ਵਿੱਚ, ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਦਾਂ ਸਾਡੇ ਨਾਲ ਵਾਪਰਿਆ ਹੈ। ਸਤਪਾਲ ਦਾਨਿਸ਼ ਜੀ, ਤੁਹਾਡਾ ਜਦੋਂ ਇੱਕ ਸਤਪਾਲ ਦਾਨਿਸ਼ ਨਾਮ ਆਉਂਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ
ਇਹ ਉਹ ਪੱਤਰਕਾਰ ਆ, ਇਹ ਉਹ ਫੋਟੋਗ੍ਰਾਫਰ ਆ ਜਿਹਨੇ ਜਿਹੜੀ ਜੂਨ 1984 ਦੀਆਂ ਤਸਵੀਰਾਂ ਖਿੱਚੀਆਂ। ਔਰ ਬਹੁਤਿਆਂ ਨੂੰ ਇਹ ਲੱਗਦਾ ਕਿ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜੋ ਕੁਝ ਹੋਇਆ, ਜਿਸ ਤਰੀਕੇ ਨਾਲ ਸ਼ਹੀਦੀਆਂ ਹੋਈਆਂ, ਜਿਸ ਤਰੀਕੇ ਦੇ ਨਾਲ ਫੌਜ ਚੜ੍ਹ ਕੇ ਗਈ, ਅੰਦਰਲੀਆਂ ਜਿਹੜੀਆਂ ਤਸਵੀਰਾਂ ਖਿੱਚੀਆਂ, ਇਹਦੇ ਬਾਰੇ ਵੀ ਥੋੜਾ ਕਲੀਅਰ ਕਰੋ ਕਿ ਕਿੱਥੇ ਜਿਹੜੀ ਤੁਹਾਡੀ ਫੋਟੋਗ੍ਰਾਫੀ ਹੋਈ ਸੀ, ਕਿਉਂਕਿ ਤੁਹਾਡੀਆਂ ਫੋਟੋਜ਼ ਦਾ ਬਹੁਤ ਜ਼ਿਕਰ ਆਉਂਦਾ ਬਾਰ-ਬਾਰ, ਜਦੋਂ ਵੀ ਜੂਨ 1984 ਦਾ ਜ਼ਿਕਰ ਆਉਂਦਾ ਉਹਨਾਂ ਦਾ ਆਉਂਦਾ। ਕਿੱਥੇ ਉਹ ਫੋਟੋਜ਼ ਕਲਿੱਕ ਕੀਤੀਆਂ ਸੀ ਔਰ ਕਿਸ ਤਰੀਕੇ ਦੀਆਂ ਤਸਵੀਰਾਂ ਸੀ ਉਹ? ਨਹੀਂ, ਉਹ ਜਿਹੜੀ ਹੈ ਗੱਲ ਹੈ ਨਾ, ਤਸਵੀਰ ਬਲੂ ਸਟਾਰ ਦੀ ਆ, ਸਾਰੀ ਖੇਡ ਦੀ ਜੀ, ਉਹਦੇ ਵਿੱਚ ਫੌਜ ਦਾ ਕੰਮ ਹੈ। ਫੌਜ ਤੇ ਸਿਵਲਿਅਨ ਨੂੰ ਲਾਗੇ ਨਹੀਂ ਲੱਗਣ ਦਿੰਦੀ ਜੀ। ਸਾਡੇ ਪਾਸ ਜਿੰਨੇ ਵੀ ਜਰਨਲਿਸਟ ਬਾਹਰ ਦੇ ਵੀ ਸੀਗੇ, ਬਾਹਰਲੀ ਕੰਟਰੀ 'ਚ ਵੀ ਆਏ ਸੀ, ਸਾਰਿਆਂ ਦੇ ਪਾਸ ਖਤਮ ਕਰ ਦਿੱਤੇ ਗਏ ਸੀ। ਕਰਫਿਊ ਪਾਰਟਸ ਐਂਟਰ ਵਿੱਚ ਹੁੰਦਾ, ਉਹਨਾਂ ਦੀ ਆਪਣੀ ਕਾਰਵਾਈ ਹੁੰਦੀ ਹੈ ਫੌਜ ਨੂੰ, ਉਹ ਤਾਂ ਲੱਗੇ ਨਹੀਂ ਕਿਸੇ ਨੂੰ ਲੱਗਣ ਦਿੰਦੇ, ਉਹ ਆਪਣੇ ਹਥਿਆਰ ਤੱਕ ਨਹੀਂ ਦਿਖਾਉਂਦੇ ਕਿਸੇ ਨੂੰ ਜੀ। ਤੇ ਇਹ ਗੱਲ ਗਲਤ ਹੈ ਕਿ ਕਿਸੇ ਨੇ ਸੋਚਿਆ ਹੋਊਗਾ ਕਿ ਮੈਂ ਉੱਥੇ ਸੀਗਾ, ਪਰ ਇਹ ਗਲਤ ਹੈ ਚੀਜ਼, ਕਦੇ ਹੋ ਨਹੀਂ ਸਕਦੀ ਤੇ ਨਾ ਹੀ ਹੁੰਦੀ ਹੈ। ਕੋਈ ਵੀ ਮੁਲਕ ਹੋਵੇ, ਕਿਸੇ ਤਰ੍ਹਾਂ ਦਾ ਵੀ ਮੁਲਕ ਹੋਵੇ, ਆਪਣੇ ਸਿਵਲਿਅਨ ਨੂੰ ਨਾਲ ਲੈ ਕੇ ਕਦੀ ਉਹ ਆਪਰੇਸ਼ਨ ਨਹੀਂ ਕਰਦੀ। ਦਾਨਿਸ਼ ਸਾਹਿਬ, ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਐਲਬਮ ਦੇਖ ਰਹੀ ਸੀ, ਉਹਦੇ ਵਿੱਚ ਬਹੁਤ ਸਾਰੀਆਂ ਫੋਟੋਜ਼ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਫੋਟੋਜ਼ ਆ, ਅਲੱਗ-ਅਲੱਗ ਗਤੀਵਿਧੀਆਂ ਕਰਦਿਆਂ ਦੀਆਂ ਫੋਟੋਜ਼ ਆ। ਤੁਹਾਡੀਆਂ ਫੋਟੋਜ਼ ਦੀ ਨਜ਼ਰ ਤੋਂ ਉਹਨਾਂ ਨੂੰ ਸਮਝਣਾ ਚਾਹੁੰਦੇ ਆ, ਕਿਵੇਂ ਦੀ ਉਹ ਸ਼ਖਸੀਅਤ ਸਨ ਔਰ ਤੁਹਾਡਾ ਕਿੰਨਾ ਕੁ ਰਾਬਤਾ ਰਿਹਾ ਔਰ ਕਦੋਂ ਤੋਂ ਤੁਸੀਂ ਉਹਨਾਂ ਦੇ ਰਾਬਤੇ 'ਚ ਆਉਂਦੇ ਆ? ਮੇਰਾ ਰਾਬਤਾ ਬਹੁਤ ਪੁਰਾਣਾ ਸੀ ਉਹਨਾਂ ਨਾਲ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਇਹ ਪ੍ਰਿੰਟਿੰਗ ਜਿਹੜੀ ਹੈ ਨਾ, ਉਹ ਆਧੁਨਿਕ ਨਹੀਂ ਸੀ ਹੋਈ, ਬਲੌਕਸ ਬਣਦੇ ਸੀਗੇ ਜੀ, ਤੇ ਅਸੀਂ ਉਸ ਜ਼ਮਾਨੇ ਦੇ ਵਿੱਚ ਬਲੌਕ ਬਣਾਉਂਦੇ ਸੀਗੇ ਜੀ। ਤੇ ਸੰਤ ਮਹਾਂਪੁਰਸ਼ਾਂ ਦੇ ਜਿਹੜੇ ਕਮੇਟੀ ਸੀ ਕਿ ਉਹਨਾਂ ਨਾਲ ਮੀਟਿੰਗ ਕਰਕੇ ਉਹਦੇ ਮੰਗਲ ਚੇਂਜ ਕਰਨੇ ਸੀ ਬਲਾਕਾਂ ਦੇ ਜੀ, ਉਹਦੀ ਸੇਵਾ ਸਾਨੂੰ ਦਿੱਤੀ ਉਹਨਾਂ ਨੇ। ਤੇ ਸੰਤ ਕਰਤਾਰ ਸਿੰਘ ਹੋਣੀ ਸਾਡੇ ਨਾਲ ਤਕਰੀਬਨ 1.5 ਸਾਲ ਰਹੇ ਤੇ ਉਹ ਕੰਮ ਹੋਇਆ ਸਾਰੇ ਪੰਨਿਆਂ ਦਾ ਜੀ, ਮਰਿਆਦਾ ਅਨੁਸਾਰ। ਤੇ ਸੰਤ ਜਰਨੈਲ ਸਿੰਘ ਤੇ ਬਾਬਾ ਠਾਰਾ ਸਿੰਘ ਸਾਈਕਲ ਤੇ ਉਹਨਾਂ ਦੇ ਰਸਦ ਲੈ ਕੇ ਆਉਂਦੇ ਸੀਗੇ, ਕਿਉਂਕਿ ਉਹ ਟਕਸਾਲੀ ਸਨ ਤੇ ਉਹ ਘਰੋਂ ਨਹੀਂ ਸੀ ਖਾਂਦੇ ਕਿਸੇ ਦਾ ਜੀ, ਉਹਨਾਂ ਵਾਸਤੇ ਸਪੈਸ਼ਲ ਆਉਂਦਾ ਸੀਗਾ। ਤੇ ਉਹਨਾਂ ਦੇ ਆਉਣ ਨਾਲ ਗੱਲਾਂ ਬਾਤਾਂ ਵੀ ਉਹਨਾਂ ਨਾਲ ਹੁੰਦੀਆਂ ਸੀਗੀਆਂ ਤੇ ਨਾਲ ਉਹਨਾਂ ਨੂੰ ਸਾਨੂੰ ਪ੍ਰਸ਼ਾਦ ਵੀ ਉਹ ਦੇ ਦਿੰਦੇ ਸੀ, ਅਸੀਂ ਬੜਾ ਖੁਸ਼ ਹੋ ਕੇ ਖਾਂਦੇ ਸੀਗੇ ਜੀ। ਕੁਝ ਤਸਵੀਰਾਂ ਜਿਹੜੀਆਂ ਤੁਸੀਂ ਬਾਹਰੋਂ ਲਈਆਂ ਔਰ ਜੂਨ ਤੋਂ ਪਹਿਲਾਂ ਲਈਆਂ, ਬਹੁਤ ਦਰਦਨਾਕ ਤਸਵੀਰਾਂ ਮੈਂ ਦੇਖੀਆਂ, ਉਹਨਾਂ ਦੇ ਬਾਰੇ 'ਚ ਜ਼ਿਕਰ ਕਰਿਓ। ਕਿਹੜੀਆਂ-ਕਿਹੜੀਆਂ ਤਸਵੀਰਾਂ ਸੀ, ਕੀ ਸੀ ਉਹਨਾਂ ਤਸਵੀਰਾਂ ਦੇ ਵਿੱਚ, ਤਾਂ ਕਿ ਦਰਸ਼ਕ ਥੋੜਾ ਜਿਹਾ ਜਾਣ ਸਕਣ ਕਿ ਇਹ ਜੂਨ 1984 ਨੂੰ ਹੀ ਨਹੀਂ, ਇਹ ਭਿਆਨਕ ਮੰਜ਼ਰ ਬਹੁਤ ਪਹਿਲਾਂ ਵੀ ਤੁਸੀਂ ਦੇਖਦੇ ਰਹੇ ਹੋ। ਭਿਆਨਕ ਜਿਹੜਾ ਸਮਾਂ ਸੀਗਾ ਉਹ ਤਕਰੀਬਨ 78 ਤੋਂ ਸ਼ੁਰੂ ਹੋ ਗਿਆ ਸੀਗਾ। ਜਿਹੜੀਆਂ ਡੈਡ ਬੋਡੀਜ਼ ਉਹਨਾਂ ਨੂੰ ਵੇਖ ਕੇ ਪਹਿਲੀ ਵਾਰੀ ਵੇਖੀਆਂ ਹੋਈਆਂ ਦੀਆਂ ਸਮੂਕ ਡੈਡ ਬੋਡੀਜ਼, ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ। ਉਸ ਤੋਂ ਬਾਅਦ ਮੋਰਚੇ ਦੌਰਾਨ ਇੱਕ ਐਕਸੀਡੈਂਟ ਹੁੰਦਾ ਰੇਲਵੇ ਦਾ ਬੱਸ ਨਾਲ, ਉਹਦੇ ਵਿੱਚ ਤਕਰੀਬਨ ਕਾਫੀ ਬੰਦੇ 54-55 ਬੰਦੇ ਉਹ ਮਾਰੇ ਗਏ ਜੀ। ਉਹਨਾਂ ਦੀ ਇਕੱਲੀ ਫੋਟੋ ਖਿੱਚਣੀ ਫੇਸ ਦੀ, ਕਿ ਇਹਦੀ ਖੋਪੜੀ ਹੈ ਨਹੀਂ, ਕਿ ਇਹਦਾ ਫੇਸ ਹੈ ਨਹੀਂ, ਇਹਦੀ ਬਾਂਹ ਨਹੀਂ ਹੈਗੀ, ਇਹਦਾ ਕੁਝ ਨਹੀਂ ਹੈਗਾ। ਮਤਲਬ ਕਿ ਉਹ ਬੜੀਆਂ ਉਹ ਦੇਖਣਯੋਗ ਤਸਵੀਰਾਂ ਨਹੀਂ, ਨਾ ਉਹ ਦਿਖਾਉਣ ਜੋਗੀਆਂ ਹੀ ਨੇ। ਉਹਨੂੰ ਸਹਿਣ ਕਰਨਾ, ਉਹਨੂੰ ਸਮਝਣਾ ਬੜਾ ਮੁਸ਼ਕਿਲ ਆ ਆਮ ਪਬਲਿਕ ਲਈ। ਤੇ ਉਹ ਪਤਾ ਨਹੀਂ ਕਿਹੜੀ ਕਿਸਮਤ ਸੀਗਾ ਗੁਰੂ ਰਾਮਦਾਸ ਨੇ ਮੇਰੇ ਅੰਦਰ ਦਿੱਤਾ ਕਿ ਮੈਂ ਉਹ ਕੰਮ ਹੰਡਾਇਆ ਕੀਤਾ। ਉਸ ਤੋਂ ਬਾਅਦ ਵੀ ਕਾਫੀ ਕੁਝ ਜਿਹੜਾ ਨਹੀਂ ਸੀ ਵਾਪਰਨਾ ਚਾਹੀਦਾ ਉਹ ਹੋਇਆ। ਕਈਆਂ ਦੇ ਐਕਸੀਡੈਂਟ ਹੋਏ, ਕਈ ਐਨਕਾਊਂਟਰ ਹੋਏ ਜੀ, ਤੇ ਉਹਨਾਂ ਦੀ ਤਸਵੀਰਾਂ ਵੀ ਮੈਂ ਖਿੱਚਣ ਦੀ ਕੋਸ਼ਿਸ਼ ਕੀਤੀ। ਉਹ ਤਸਵੀਰਾਂ ਫਿਰ ਕਿੱਥੇ ਛਪਦੀਆਂ ਹੁੰਦੀਆਂ ਸੀ? ਛਪਦੀਆਂ ਹੁੰਦੀਆਂ ਸੀ ਜਾਂ ਨਹੀਂ, ਉਹ ਛਪਦੀਆਂ ਨਹੀਂ ਸੀ, ਉਹ ਜਸਟ 1-2 ਛਪੀਆਂ ਹੋਣਗੀਆਂ ਚੰਗੇ ਮੈਗਜ਼ੀਨਾਂ 'ਚ, ਬਾਕੀ ਹੋਰ ਕੁਝ ਨਹੀਂ। ਬਾਕੀ ਬਹੁਤੀਆਂ ਤਸਵੀਰਾਂ ਜਿਹੜੀ ਈਵੈਂਟਸ ਹੁੰਦੇ ਸੀਗੇ ਇੱਥੇ, ਸਾਂਝੇ ਈਵੈਂਟਸ ਜਿਹੜੇ ਅਕਾਲੀ ਦਲ, ਲੋਂਗੋਵਾਲ ਨਾਲ ਤੇ ਸੰਤਾਂ ਨਾਲ ਜਿਹੜੇ ਸੀਗੇ, ਉਹ ਸੀਗੇ ਬਸ। ਇੱਕ ਤਸਵੀਰ ਮੈਂ ਦੇਖ ਰਹੀ ਸੀ ਜਿਹਦੇ ਵਿੱਚ ਗਟਰ ਦੇ ਵਿੱਚੋਂ ਇੱਕ ਡੈਡ ਬੋਡੀ ਕੱਢੀ ਜਾਂਦੀ ਔਰ ਤੁਸੀਂ ਦੱਸ ਰਹੇ ਸੀ ਦ ਟੈਲੀਗ੍ਰਾਫ ਦੇ ਵਿੱਚ ਛਪੀ ਔਰ ਉਹ ਦਰਬਾਰ ਸਾਹਿਬ ਦੇ ਨੇੜੇ ਕਿਤੇ ਸੀ। ਉਹ ਤਸਵੀਰ ਕਿੱਥੋਂ ਦੀ ਸੀ ਤੇ ਕਿਸ ਦੀ ਸੀ ਉਹ ਤਸਵੀਰ? ਇਹ ਰਿਕੋਗਨਾਈਜ਼ ਨਹੀਂ ਹੋਇਆ, ਨਾ ਹੀ ਕਿਸੇ ਨੇ ਦੱਸਿਆ ਹੀ ਹੈ ਸਾਨੂੰ। ਮੈਨੂੰ ਪਤਾ ਲੱਗਾ ਤਾਂ ਮੈਂ ਦੌੜ ਕੇ, ਜਵਾਨੀ ਸੀ ਉਸ ਵੇਲੇ, ਤੇ ਇਹੋ ਜਿਹੇ ਈਵੈਂਟਸ ਤੇ ਬਹੁਤ ਜ਼ਰੂਰੀ ਨੇ। ਇਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬੈਕ ਸਾਈਡ ਤੇ ਗਟਰ ਸੀਗਾ, ਉਹਦੇ ਵਿੱਚੋਂ ਸਕਲ ਨਿਕਲੀ ਸੀਗੀ ਜੀ, ਤੇ ਉਹ ਟੈਲੀਗ੍ਰਾਫ ਨੇ ਆਪਣੇ ਮੁੱਖ ਪੇਜ ਤੇ ਛਾਪੀ ਹੈ। ਸਰ, ਜਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਵਾਪਰਦਾ ਹੈ ਔਰ ਤੁਹਾਨੂੰ
ਐਜ਼ ਅ ਪੱਤਰਕਾਰ ਹੋਣ ਦੇ ਨਾਤੇ, ਜਿਵੇਂ ਤੁਸੀਂ ਕਿਹਾ ਕਿ ਉਹ ਅੰਦਰ ਤਾਂ ਜਾਣ ਦਿੰਦੇ ਹੀ ਨਹੀਂ ਹੁੰਦੇ, ਫੌਜ ਤਾਂ ਓਬਵੀਅਸ ਜੇ ਉਹਨਾਂ ਨੇ ਸੋਚ ਕੇ ਕੀਤਾ ਤੇ ਉਹਨਾਂ ਨੂੰ ਵੀ ਪਤਾ ਸੀ ਗਲਤ ਕਰ ਰਹੇ ਆ, ਤੇ ਫਿਰ ਤਾਂ ਉਹ ਬਿਲਕੁਲ ਵੀ ਨਹੀਂ ਜਾਣ ਦੇਣਗੇ। ਜਦੋਂ ਇਹ 6 ਜੂਨ ਤੋਂ ਬਾਅਦ 7 ਜੂਨ ਤੋਂ ਬਾਅਦ ਕੁਝ ਠੰਡਾ ਪੈਂਦਾ, ਕਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹੋ? ਮੈਂ ਜਦੋਂ ਉਹਨਾਂ ਨੇ ਸਰਕਾਰ ਨੇ ਦਰਬਾਰ ਸਾਹਿਬ 26 ਜੂਨ ਨੂੰ ਖੋਲ੍ਹਿਆ ਜੀ, ਉਸ ਦਿਨ ਮੈਂ ਗਿਆ। ਮੈਂ ਫੋਟੋਗ੍ਰਾਫੀ ਕਰਨ ਦੀ ਅੰਦਰ ਇਜਾਜ਼ਤ ਨਹੀਂ ਸੀ, ਬੜੇ ਢੰਗ ਨਾਲ ਮੈਂ ਉਸ ਨੂੰ ਨਿਭਾਈ ਖੇਡ ਜੀ, ਤੇ ਮੈਂ ਪੁੱਟ ਅਕਾਲ ਤਖਤ ਦੀ ਤਸਵੀਰ ਖਿੱਚੀ ਜੀ, ਜਿਹੜੀ ਲੋਕ ਉੱਥੇ ਸਨ, ਜੀ, ਬੜਾ ਹਜੂਮ ਸੀਗਾ ਉਹਨਾਂ ਦੇ ਵਿੱਚ। ਅੱਤ ਦਾ ਵਿਰੋਧ, ਅੱਤ ਦੀ ਸ਼ਬਦਾਵਲੀ ਉਹ ਸਰਕਾਰ ਲਈ ਜਾਂ ਕੁਝ ਚੋਣਵੇਂ ਲੀਡਰਾਂ ਲਈ ਵਰਤਦੇ ਸੀਗੇ ਜੀ, ਉਹ ਬਿਆਨ ਕਰਨੀ ਮੇਰੇ ਵਾਸਤੇ ਮੁਸ਼ਕਲ ਹੈ, ਨਾ ਹੀ ਉਹ ਕੀਤੀ ਜਾ ਸਕਦੀ ਹੈ ਜੀ, ਕਿਉਂਕਿ ਲਫ਼ਜ਼ ਜਿਹੜੇ ਨੇ ਉਹ ਕਈ ਵਾਰੀ ਬੜੇ ਕਠਿਨ ਹੁੰਦੇ ਨੇ। ਤਾਂ ਮੈਂ ਤਸਵੀਰਾਂ ਤਕਰੀਬਨ ਉਹੋ ਜਿਹੀਆਂ ਖਿੱਚੀਆਂ ਨੇ ਜਿਹੜੀਆਂ ਤਸਵੀਰਾਂ ਬੋਲਦੀਆਂ ਨੇ। ਜੀ, ਜਿਹੜੀ ਤਸਵੀਰ ਬੋਲਦੀ ਤੀ ਨਹੀਂ ਉਹ ਅਸਲੀਅਤ ਦਾ ਰੁਤਬਾ ਨਹੀਂ ਰੱਖਦੀ। ਮੇਰੀਆਂ ਹਰ ਤਸਵੀਰਾਂ ਦੇ ਵਿੱਚ ਸੱਚਾਈ ਹੈ, ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਤੁਸੀਂ ਤਕਰੀਬਨ 20-25 ਦਿਨ ਬਾਅਦ ਹਾਂ, ਜਦੋਂ ਵਾਕਿਆ ਦਿੱਤੀ ਕਿੰਨੀਆਂ ਕੁ ਅਲੱਗ-ਅਲੱਗ ਤਸਵੀਰਾਂ ਤੁਸੀਂ ਬੋਲ ਕੇ ਦੱਸ ਸਕਦੇ ਹੋ? ਕਿ ਤਸਵੀਰਾਂ 'ਚ ਇੱਕ ਤੁਸੀਂ ਕਿਹਾ ਕਿ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੀ ਇਮਾਰਤ ਜਿਹੜੀ ਹੈ ਤਖਤ ਸਾਹਿਬ ਦੀ ਉਹ ਢਾਹ ਢੇਰੀ ਕੀਤੀ ਹੋਈ ਸੀ, ਉਹਦੀ ਤਸਵੀਰ ਖਿੱਚੀ ਹੈ। ਹੋਰ ਕੀ, ਕਿਉਂਕਿ ਤੁਸੀਂ ਲੁੱਕ ਕੇ ਖਿੱਚ ਰਹੇ ਸੀਗੇ ਤਸਵੀਰਾਂ, ਹੋਰ ਕੀ ਕੈਪਚਰ ਕੀਤਾ? ਹੋਰ ਦਰਸ਼ਨੀ ਡਿਓੜੀ, ਜਿੱਥੇ ਤੋਸ਼ਾਖਾਨਾ ਜਿਹੜਾ ਸਾਡਾ, ਜਿੰਨੀ ਜੁਐਲਰੀ ਵਗੈਰਾ ਕੀਮਤੀ ਸਮਾਨ ਜਿਹੜਾ ਸ਼੍ਰੋਮਣੀ ਕਮੇਟੀ ਦਾ ਜੀ ਦਰਬਾਰ ਸਾਹਿਬ ਦਾ, ਉਹ ਤੇ ਵੱਜੇ ਗੋਲੇ, ਦਰਬਾਰ ਸਾਹਿਬ ਦੇ ਲੱਗੀਆਂ ਗੋਲੀਆਂ, ਮਨਾਰੇ ਰਾਮਗੜੀਆ ਬੂੰਗੇ ਜਿਹੜੇ ਸੀਗੇ ਉਹ ਉੱਪਰਲਾ ਪੋਰਸ਼ਨ ਜਿਹੜਾ ਸੀਗਾ ਉਹ ਗੋਲੀਆਂ ਨਾਲ ਵੱਜਾ। ਇੱਕ ਪਾਣੀ ਦੀ ਬਹੁਤ ਵੱਡੀ ਟੈਂਕੀ ਸੀ, ਉਹਦੇ ਵਿੱਚ ਪਹਿਲਾਂ ਮੋਰਚਾ ਸੀਗਾ ਜੀ, ਉਹਦੀ ਖਿੱਚੀ। ਮਤਲਬ ਕਿ ਕੋਸ਼ਿਸ਼ ਕੀਤੀ ਹੈ ਕਿ ਉਹ ਚੀਜ਼ ਦਿਖਾਈ ਜਾਵੇ ਜਿੱਥੇ ਅੱਤ ਦਾ ਨੁਕਸਾਨ ਹੋਇਆ। ਦੱਸਿਆ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਲਾਸ਼ਾਂ ਨੂੰ ਕਮਰਿਆਂ 'ਚ ਰੱਖਿਆ ਗਿਆ ਸੀ, ਬਰਾਂਡਿਆਂ 'ਚ ਰੱਖਿਆ ਗਿਆ ਸੀ, ਔਰ ਸਾਰੇ ਦੇ ਸਾਰੇ ਜਿਹੜੀ ਆਸੇ-ਪਾਸੇ ਪ੍ਰਕਰਮਾ ਹੈਗੀ ਉੱਥੇ ਵੀ ਖੂਨ ਜਿਹੜਾ ਮੌਜੂਦ ਸੀ, ਔਰ ਬਹੁਤ ਲੰਬੇ ਸਮੇਂ ਤੱਕ ਉਹ ਜਿਹੜੇ ਫਰਸ਼ ਇਹਨਾਂ ਤੋਂ ਸਾਫ਼ ਹੋਏ ਨਹੀਂ, ਇੱਦਾਂ ਦਾ ਵੀ ਕੋਈ ਮੰਜ਼ਰ ਕੈਪਚਰ ਕੀਤਾ ਤੁਸੀਂ? ਨਹੀਂ, ਇਹੋ ਜਿਹੇ ਮੰਜ਼ਰ ਕਦੀ, ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ ਕਿ ਫੌਜ ਤਾਂ ਇਹੋ ਜਿਹਾ ਕੰਮ ਨਹੀਂ ਕਰਨ ਦਿੰਦੀ ਸਿਵਲੀਅਨ ਨੂੰ। ਇਹ ਫੌਜ ਦੇ ਆਪਣੇ ਤੌਰ 'ਤੇ ਕੀਤਾ ਹੋਊਗਾ। ਈਵਨ ਰਾਸ਼ਟਰਪਤੀ ਦਇਆਲ ਸਿੰਘ ਗਿਆ ਵੇ, ਉਸ ਤੋਂ ਪਹਿਲਾਂ ਸਾਡੀ ਸਫਾਈ ਹੋਈ ਸੀ, ਅਤੇ ਸਫਾਈ ਕਰਨ 'ਚ ਤੇ ਬਹੁਤ ਜ਼ਰੂਰੀ ਸੀਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਜੀ, ਡੀਕੰਪੋਜ਼ ਹੋ ਜਾਂਦੀਆਂ ਨੇ ਬੋਡੀਜ਼, ਉਹਨਾਂ ਨੂੰ ਇੱਧਰ ਉੱਧਰ ਕਰਨਾ ਜ਼ਰੂਰੀ ਸੀ। ਉਹ ਰਾਤ ਦੇ ਹਨੇਰੇ 'ਚ ਸਾਰਾ ਕੁਝ ਹੋ ਗਿਆ, ਲੋਕ ਜਦੋਂ ਸੁੱਤੇ ਹੋਏ ਸੀਗੇ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਆਮ ਪਬਲਿਕ ਵਾਸਤੇ ਨਹੀਂ ਹੁੰਦੀਆਂ ਜੀ, ਇਹ ਸਰਕਾਰਾਂ ਹੀ ਕਰਦੀਆਂ ਨੇ। ਇੱਕ ਪੱਤਰਕਾਰ ਹੋਣ ਦੇ ਨਾਤੇ ਇਸ ਘਟਨਾ ਨੂੰ ਕਿਵੇਂ ਦੇਖਦੇ ਆ? ਸ਼ੁਰੂਆਤ, ਫਿਰ ਇਹ ਜਦੋਂ ਵਾਪਰਨ ਦੇ ਦੌਰਾਨ, ਫਿਰ ਇਹਦਾ ਅੰਤ। ਜੋ ਕੁਝ ਹੋਇਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਮੈਂ ਸਮਝਦਾ ਕਿ ਵਿਰਸੇ ਦਾ ਹੋਇਆ ਜੀ। ਧਰਮ ਦਾ ਨੁਕਸਾਨ ਹੋਇਆ ਹੀ ਹੋਇਆ ਹੈ। ਜਿਸ ਕੌਮ ਦਾ ਵਿਰਸਾ ਨਹੀਂ, ਉਹ ਧਰਮ ਨਹੀਂ ਚੱਲੇਗਾ ਜੀ, ਉਹ ਚੱਲ ਨਹੀਂ ਸਕਦਾ। ਕਿਉਂਕਿ ਵਿਰਸੇ ਨਾਲ ਹੀ ਚੀਜ਼ਾਂ ਧਰਮ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਾਂ ਵਸਦੀ ਪੀੜ੍ਹੀ ਨੂੰ ਸਮਝਾਇਆ ਜਾ ਸਕਦਾ ਹੈ। ਅਤੇ ਇਹ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿਹੜਾ ਵਿਰਸਾ ਅੱਜ ਤੋਂ ਦੋ ਸਾਲ ਪਹਿਲਾਂ ਜਿੱਥੇ ਕੁਝ ਮਿਲਦਾ ਮੈਂ ਭੱਜ ਕੇ ਜਾਂਦਾ, ਮੇਰਾ ਬੇਟਾ ਜਾਂਦਾ ਉਹ ਕਰਦਾ। ਮੇਰੇ ਕੋਲ ਕਾਫੀ ਸਮਾਨ ਹੈ। 1900 ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਜਿਹੜੇ ਮੋਰਚੇ ਗੁਰਦੁਆਰਾ ਸੁਧਾਰ ਲਹਿਰ ਦੇ ਹੈਗੇ ਸੀ, ਉਹਦੇ ਨੈਗੇਟਿਵ ਹੈਗੇ ਨੇ ਜੀ, ਪਲੇਟਾਂ ਹੈਗੀਆਂ ਨੇ, ਸਾਰਾ ਕੁਝ ਖਿੱਚਿਆ ਹੈਗਾ। ਅਤੇ ਉਹ ਜਿਹੜੀ ਸਾਂਭ ਸੰਭਾਲ ਹੈ ਉਹਦੇ ਕਰਨੇ ਵਾਸਤੇ ਕਾਫੀ ਸਰਮਾਇਆ ਵੀ ਚਾਹੀਦਾ ਵਾ। ਇਹ ਪਤਾ ਨਹੀਂ ਕਦੋਂ ਗੁਰੂ ਮਹਾਰਾਜ ਸ਼ਕਤੀ ਦਿੰਦਾ ਵੀ ਪਿਆ ਵਾ, ਗਾਂ ਹੋਰ ਥੋੜ੍ਹੀ ਸ਼ਕਤੀ ਦੇਵੇ। ਮੈਂ ਉਹਨੂੰ ਪਬਲਿਸ਼ ਜ਼ਰੂਰ ਕਰਾਂਗਾ ਇੱਕ ਕਿਤਾਬ ਕਾਫੀ ਟੇਬਲ ਟਾਈਪ ਬਣਾਉਣ ਦੀ, 10 year in ਅੰਮ੍ਰਿਤਸਰ ਬਲੈਕ ਡੇਜ਼, ਉਹ ਅਸੀਂ ਮੈਂ ਜ਼ਰੂਰ ਛਾਪਾਂਗਾ। ਅਤੇ ਉਹਨੂੰ ਕਿਰਪਾ ਕਰਾਂਗਾ ਗੁਰੂ ਰਾਮਦਾਸ ਅੱਗੇ, ਪਰਮਾਤਮਾ ਅੱਗੇ ਕਿ ਮੈਨੂੰ ਥੋੜ੍ਹੀ ਜਿਹੀ ਨਿਆਜ਼ ਹੋਰ ਦੇ ਦੇ, ਅਤੇ ਮੈਂ ਉਹ ਜ਼ਰੂਰ, ਮੇਰੇ ਮਨ 'ਚ ਇਹ ਪੂਰੀ ਹੈਗੀ ਹੈ ਤਮੰਨਾ ਕਿ ਮੈਂ ਉਹਨੂੰ ਲੋਕਾਂ ਦੇ ਸਾਹਮਣੇ ਕੋਈ ਨਾ ਕੋਈ ਦੇ ਜਾਵਾਂ। ਜਿਸ ਤਰੀਕੇ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲਈ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ, ਇੱਕ ਪਾਸੇ ਉਹ ਸ਼ਹੀਦ ਜਰਨੈਲ, ਫੌਜੀ, ਸੰਤ,
ਤੇ ਦੂਜੇ ਪਾਸੇ ਵਰਤਮਾਨ ਸਮੇਂ ਇੱਕ ਪੈਰਲਲ ਚੀਜ਼ਾਂ ਚੱਲਦੀਆਂ ਜੋ ਉਸ ਵੇਲੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਸੀ ਵੀ ਇਹ ਅੱਤਵਾਦੀ ਨੇ। ਇਹ ਜਿਵੇਂ ਹੁਣ ਕਿਸਾਨੀ ਮੋਰਚੇ ਤੇ ਕਿਸਾਨ ਬੈਠੇ, ਉਹਨਾਂ ਲਈ ਵੀ ਇਹ ਸਿੱਖਾਂ ਲਈ ਆਮ ਹੀ ਇਹ ਸ਼ਬਦ ਵਰਤ ਲਿਆ ਜਾਂਦਾ। ਉਸ ਵੇਲੇ ਵੀ ਕੀ ਇਹ ਦੋ ਧਰਾਵਾਂ ਚੱਲਦੀਆਂ ਸੀ? ਉਸ ਵੇਲੇ ਵੀ ਕੀ ਪੰਜਾਬ ਦੇ ਵਿੱਚ ਅੱਧੇ ਲੋਕ ਇਹ ਚੀਜ਼ ਮੰਨਦੇ ਸੀ ਵੀ ਜੋ ਸਰਕਾਰ ਪ੍ਰਚਾਰ ਕਰ ਰਹੀ ਹੈ, ਜੋ ਕਿਉਂਕਿ ਤੁਸੀਂ ਬਹੁਤ ਨੇੜੇ ਤੋਂ ਇੱਕ ਪੱਤਰਕਾਰ ਹੋਣ ਦੇ ਨਾਤੇ ਜਿੱਥੇ ਤੁਸੀਂ ਸੀਨੀਅਰ ਲੋਕਾਂ ਦੇ ਜਾਂ ਇੱਦਾਂ ਦੀਆਂ ਸ਼ਖਸੀਅਤਾਂ ਦੇ ਬਹੁਤ ਨੇੜੇ ਤੋਂ ਵਿਚਰੇ, ਦੂਜੇ ਪਾਸੇ ਤੁਸੀਂ ਗਰਾਊਂਡ ਲੈਵਲ ਤੇ ਲੋਕਾਂ ਨੂੰ ਵੀ ਜ਼ਿਆਦਾ ਸੋਹਣੇ ਤਰੀਕੇ ਨਾਲ ਸਮਝ ਪਾਉਂਦੇ ਆ ਕਿ ਕੀ ਉਹਨਾਂ ਦੀ ਵਿਚਾਰਧਾਰਾ ਸੀ। ਔਰ ਇੱਥੇ ਦੇਖਣ ਨੂੰ ਮਿਲਿਆ ਕਿ ਜੇ ਇੱਕ ਪਾਸੇ ਦਰਦ ਸੀ ਲੋਕਾਂ ਦੇ ਵਿੱਚ, ਦੂਜੇ ਪਾਸੇ ਕੁਝ ਜਗ੍ਹਾ ਤੇ ਖੁਸ਼ੀ ਮਨਾਈ ਗਈ ਆ, ਫੌਜੀਆਂ ਨੂੰ ਲੰਗਰ ਛਕਾਏ ਗਏ ਔਰ ਫੌਜੀਆਂ ਨੂੰ ਛਬੀਲਾਂ ਦਾ ਪਾਣੀ ਪਿਆਇਆ ਗਿਆ ਖੁਸ਼ੀ ਦੇ ਵਿੱਚ। ਇਹ ਉਹ ਕੀ ਸੀ ਸਾਰਾ ਘਟਨਾਕ੍ਰਮ? ਦੇਖੋ, ਹਰ ਜਿਹੜੀ ਦੂਜੀ ਧਿਰ ਵਿਰੋਧੀ ਧਿਰ ਹੁੰਦੀ ਹੈ ਜੀ, ਜਾਂ ਵਿਰੋਧੀ ਸਰਕਾਰ ਹੁੰਦੀ ਹੈ, ਜਿਹਨੇ ਰਾਜ ਕਰਨਾ ਹੁੰਦਾ ਹੈ, ਉਹਨੇ ਆਪਣੇ ਬਲਬੂਤੇ ਤੇ ਲੋਕਾਂ ਨੂੰ ਦਬਾਉਣਾ ਹੁੰਦਾ ਹੈ। ਉਹਨਾਂ ਦੀ ਵਿਰਾਸਤ ਖਤਮ ਕਰਨੀ ਹੁੰਦੀ ਹੈ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ। ਜੀ, ਇਹ ਸਮੇਂ ਹੁੰਦਾ ਹੀ ਰਿਹਾ ਵੈ। ਮੁਗਲ ਰਾਜ ਵੇਲੇ ਵੀ ਹੋਇਆ ਵੈ, ਸਾਰਾ ਕੁਝ ਤਬਾਹ ਹੋਇਆ ਹੈ। 1947 ਦਾ ਜਿਹੜਾ ਵੰਡ ਸੀ ਉਹਦੇ ਵਿੱਚ ਸਭ ਤੋਂ ਨੁਕਸਾਨ ਪੰਜਾਬੀਆਂ ਨੇ ਆਪਣਾ ਹੰਢਾਇਆ ਜੀ। ਤੇ ਉਹ ਜਿਹੜਾ ਨੁਕਸਾਨ ਹੈ ਉਹ ਕਦੀ ਪੂਰਨ ਨਹੀਂ ਹੋ ਸਕਦਾ, ਦੁਬਾਰਾ ਬਣ ਨਹੀਂ ਸਕਦਾ। ਉਹਨੂੰ ਸਿਰਫ ਅਹਿਸਾਸ ਦੇ ਤੌਰ ਤੇ ਦਿਲ ਦੇ ਵਿੱਚ ਰੱਖਿਆ ਜਾ ਸਕਦਾ। ਤੇ ਜਿਹੜਾ 10 ਲੱਖ ਲੋਕ ਉਸ ਵੇਲੇ ਮਰੇ ਨੇ, ਉਹਨਾਂ ਦੀਆਂ ਫੈਮਲੀਆਂ ਕੀ ਸੋਚਦੇ ਹੋਣਗੀਆਂ ਜੀ, ਉਹਨਾਂ ਦੀ ਵਿਚਾਰਧਾਰਾ ਕੀ ਹੋਏਗੀ, ਇਹ ਤੇ ਖੁਦ ਉਹ ਦੱਸ ਸਕਦੀਆਂ ਨੇ। ਜਿਸ ਤੱਕ ਮੇਰਾ ਖਿਆਲ ਹੈ ਕਿ ਉਹ ਜਿਹੜੇ ਉਸ ਵੇਲੇ ਦੇ ਲੀਡਰ ਸਨ, ਉਹਨਾਂ ਨੂੰ ਹੀ ਕੋਸਦੀ ਹੁੰਦੀ ਹੈ ਕਿ ਲੀਡਰ ਹੀ ਇਹ ਸਾਰਾ ਕੰਮ ਕਰਾਉਂਦੇ ਨੇ ਜੀ। ਤੁਸੀਂ ਜੇ ਇੰਡੀਆ ਦੀ ਆਬਾਦੀ 120 ਕਰੋੜ ਹੈ ਤਾਂ ਤੁਸੀਂ 30 ਕਰੋੜ ਬੰਦਿਆਂ ਨੂੰ ਪੈਸੇ ਦੇ ਕੇ, ਸ਼ਰਾਬ ਦੇ ਕੇ, ਕੁਝ ਵੀ ਦੇ ਕੇ ਜੀ, ਦੇਸ਼ ਦੇ ਜੇ ਰਾਸ਼ਟਰਪਤੀ ਤੋਂ ਉੱਪਰ ਵੀ ਕੋਈ ਪਦ ਹੀ ਹੈ ਤੁਸੀਂ ਹਾਸਲ ਕਰ ਸਕਦੇ ਜੇ। ਕੋਈ ਇਹੋ ਜਿਹੀ ਤੁਹਾਡੇ ਉਸ ਸਮੇਂ ਦੇ ਖਾਸ ਤੌਰ ਤੇ ਕਰੀਅਰ ਦੇ ਦੌਰਾਨ ਕੋਈ ਤਸਵੀਰ ਜਿਹੜੀ ਇੱਕ ਪੱਤਰਕਾਰ ਜਿਵੇਂ ਕਰੜੇ ਹੋ ਜਾਂਦੇ, ਜਿਵੇਂ ਤੁਸੀਂ ਕਿਹਾ ਕਿ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਮੈਂ ਬਹੁਤ ਸਖਤ ਹੋ ਕੇ ਉਹ ਕੰਮ ਕੀਤਾ, ਨਿਭਾਈ ਸੇਵਾ, ਪਰ ਇਹਦੇ ਬਾਵਜੂਦ ਕੋਈ ਇੱਕ ਚੀਜ਼ ਜਿਹੜੀ ਅੱਜ ਵੀ ਜ਼ਿਹਨ ਚੋਂ ਨਾ ਨਿਕਲਦੀ ਹੋਵੇ ਕਿ ਆਹ ਤਸਵੀਰ ਕਿ ਹਾਲਾਂਕਿ ਸਰਕਾਰ ਹਰ ਇੱਕ ਤਰੀਕੇ ਦਾ ਹੱਥਕੰਡਾ ਅਪਣਾਉਂਦੀ ਆ ਔਰ ਦੰਡ ਦੇਣ ਦੇ ਵੇਲੇ ਤਾਂ ਉਹ ਬੇਹੱਦ ਇੰਤਹਾ ਤੱਕ ਜਾਂਦੀ ਤਾਂ ਕਿ ਲੋਕਾਂ 'ਚ ਡਰ ਬੈਠੇ। ਤੁਹਾਡੇ ਮਨ ਨੂੰ ਕੋਈ ਜਿਹੜੀ ਅੱਜ ਤੱਕ ਕੋਈ ਤਸਵੀਰ ਨਾ ਭੁੱਲਦੀ ਹੋਵੇ ਜਾਂ ਉਹ ਘਟਨਾ ਭੁੱਲ ਹੀ ਨਾ ਰਹੀ ਹੋਵੇ? ਇੱਕ ਬੜੀ ਅਹਿਮ ਤਸਵੀਰ ਸੀ ਜੀ ਜੀ। ਇਸ ਤਸਵੀਰ ਨੇ ਸਭ ਤੋਂ ਜ਼ਿਆਦਾ ਮੈਨੂੰ ਦਰਦ ਦਿੱਤਾ। ਇਹਦੇ ਵਿੱਚ ਮੇਰੇ ਦਾਦਾ ਜੀ ਦੀ ਰੂਹ ਬੋਲਦੀ ਹੈ ਜੀ। ਇਹ ਜਿਹੜਾ ਥੱਲੇ ਕੰਮ ਹੋਇਆ ਹੈ ਨਕਾਸ਼ੀ ਦਾ ਜੀ, ਇਹ ਉਹਨਾਂ ਦਾ ਸੀਗਾ। ਇੱਕ ਕਾਰ ਸੇਵਕ ਬੜਾ ਹੱਸ ਕੇ ਉਹਨੂੰ ਟਾਰਿਆ ਹੈ। ਕਾਰ ਸੇਵਾ ਦੇ ਦੌਰਾਨ ਕਿਸੇ ਕਿੱਥੋਂ ਦੀ ਹੈ ਜੀ? ਇਹ ਕੱਲ ਤੱਕ ਜਦੋਂ ਅਨਾਉਂਸ ਹੋ ਗਿਆ ਵੈ ਕਿ ਢਾਹ ਦੇਣਾ ਮੈਂ ਸਾਰਾ ਕੁਝ, ਉਦੋਂ ਦੀ ਹੈ। ਮਤਲਬ ਕੋਈ ਚੀਜ਼ ਇਹਨੇ ਛੱਡੀ ਨਹੀਂ ਜੀ। ਉੱਥੋਂ ਦੇ ਇਹ ਨਕਾਸ਼ੀ ਸੀਗੀ। ਤੇ ਸਭ ਤੋਂ ਜ਼ਿਆਦਾ ਗਮ ਦੁੱਖ ਜਿਹੜਾ ਇਹਦਾ ਇੱਥੋਂ। ਇਹ ਤਸਵੀਰ ਖਿੱਚੀ ਵੀ ਤੁਸੀਂ ਹੋਈ ਹੈ? ਸਾਰੀਆਂ ਤਸਵੀਰਾਂ ਮੇਰੀਆਂ, ਮੈਂ ਕਿਸੇ ਕੋਲ ਉਧਾਰ ਨਹੀਂ ਲੈਂਦਾ ਜੀ। ਇਹ ਚੀਜ਼ ਨਹੀਂ ਭੁੱਲ ਪਾਏ ਤੁਸੀਂ? ਇਹ ਨਹੀਂ ਭੁੱਲ ਪਾਏ ਕਿਉਂਕਿ ਮੇਰੇ ਖੂਨ ਦੇ ਨਾਲ ਸੰਬੰਧਿਤ ਨੇ। ਇਹ ਪੂਰੇ ਦਾ ਪੂਰਾ ਉਦੋਂ ਖਤਮ ਕੀਤੀ ਗਈ ਇਹ ਦੀਵਾਰ ਜਿਹੜੀ ਰਜਿਸਟਰ ਗਰਾਊਂਡ ਇੱਕ ਸਿੰਬੋਲਿਕ ਤੌਰ ਤੇ ਇੱਕ ਥੜਾ ਛੱਡਤਾ ਸੀਗਾ, ਉਹ ਵੀ ਅਸੀਂ ਬੜੀ ਮੁਸ਼ਕਿਲ ਨਾਲ ਕਹਿ ਕੁਆ ਕੇ ਛਡਵਾਇਆ ਸੀਗਾ ਜੀ। ਪਰ ਇਹ ਸਾਰਾ ਕੁਝ ਖਤਮ ਹੋ ਚੁੱਕਾ ਸੀ। ਇਹ ਦੀਵਾਰ ਜਾਂ ਥੜਾ ਕਿੱਥੇ ਮੌਜੂਦ ਹੈ ਇਸ ਵੇਲੇ? ਜੇ ਇਹ ਇਸ ਵੇਲੇ ਜਿਹੜਾ ਜਿੱਥੇ ਪ੍ਰਕਾਸ਼ ਹੈ, ਜਿੱਥੇ ਸ਼ਸਤਰਾਂ ਦਾ ਪਏ ਹੋਏ ਨੇ ਕਾਲ ਤੱਕ ਦੇ, ਉਹਦੇ ਉੱਪਰ ਸੀਗਾ ਸਾਰਾ ਕੁਝ। ਹੁਣ ਤੇ ਕੁਝ ਵੀ ਨਹੀਂ ਹੈਗਾ, ਉਹਦੇ ਉੱਤੇ ਹੀ ਉਹਨਾਂ ਨੇ ਸਾਰਾ ਕੁਝ ਸਾਰਿਆ। ਇੱਕ ਸਿੰਬੋਲਿਕ ਤੌਰ ਤੇ ਉਹ ਥੜਾ ਇੱਕ ਨਿਸ਼ਾਨੀ ਰੱਖ ਲਈ। ਔਰ ਉਹਦੇ ਵਿੱਚ ਉਹਦੀ ਕੋਈ ਗੱਲ ਨਹੀਂ ਸੀ ਕਿ ਇਹ ਕਿਹਾ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਥੜਾ ਸੀਗਾ। ਹੋਏਗਾ ਜੀ, ਕੋਈ ਇਨਕਾਰੀ ਨਹੀਂ ਗੀ। ਜਿਹੜੇ ਗੁਰੂਆਂ ਦੀ ਚੀਜ਼ਾਂ ਬਣਾਈਆਂ ਸੀਗੀਆਂ ਉਹ ਤਕਰੀਬਨ ਖਤਮ ਹੋ ਗਈਆਂ। ਕੰਮ ਤੁਹਾਨੂੰ ਇਹ ਕੋਈ ਲਾਸਟ ਕੋਈ ਸੁਨੇਹਾ, ਕਿਉਂਕਿ ਤੁਸੀਂ ਇਹ ਚੀਜ਼ਾਂ ਨੂੰ ਸਾਂਭਣ ਦੀ ਗੱਲ ਕੀਤੀ ਔਰ ਤੁਸੀਂ ਕਿਹਾ ਕਿ ਇਹ ਤਕਲੀਫ ਮਿਲੀ ਆ ਔਰ ਵਿਰਾਸਤ ਜੇ ਸਾਂਭੀ ਹੋਵੇ ਫਿਰ ਹੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਪਤਾ ਲੱਗਦਾ ਹੈ। ਕੋਈ ਖਾਸ ਸੁਨੇਹਾ, ਕੋਈ ਖਾਸ ਗਿਲਾ ਜਿਹੜਾ ਤੁਹਾਡਾ? ਸਭ ਤੋਂ ਵੱਡਾ ਗਿਲਾ ਇਹੋ ਹੀ ਹੈ ਕਿ ਬੀਇੰਗ ਸਿੱਖ ਜੀ,
ਬੜੇ ਧਨਾੜ ਨੇ, ਬੜੇ ਪੜ੍ਹੇ ਲਿਖੇ ਸਿੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜੀ। ਉਹਨਾਂ ਨੂੰ ਚਾਹੀਦਾ ਕਿ ਮੇਰੇ ਵਰਗੇ ਗਰੀਬ ਬੰਦੇ ਨੂੰ ਪੁੱਛਣ ਕਿ ਵਿਰਾਸਤ ਨੂੰ ਸਾਂਭਣ ਲਈ ਕੀ ਹੋਣਾ ਚਾਹੀਦਾ ਹੈ ਜੀ। ਉਹਨਾਂ ਨੂੰ ਫਿਰ ਮੈਂ ਆਪਣੀ ਰਾਏ ਦਿਆਂਗਾ ਜੀ। ਤੇ ਇਹ ਜਿਹੜੀ ਹੈ ਚੀਜ਼ ਛਪ ਜਾਵੇ, ਹੋਰ ਵੀ ਛਪ ਜਾਵੇ। ਮੇਰੇ ਕੋਲ ਅਕਾਲ ਤਖ਼ਤ ਦੀਆਂ ਵੀ ਬਿਲਡਿੰਗ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਮੈਂ ਬਲੂ ਸਟਾਰ ਤੋਂ ਪਹਿਲਾਂ ਕਈ ਸਾਲ ਪਹਿਲਾਂ ਖਿੱਚੀਆਂ ਹੋਈਆਂ ਸੀ। ਪਤਾ ਨਹੀਂ ਕੀ ਗੁਰੂ ਰਾਮਦਾਸ ਨੇ ਸ਼ਕਤੀ ਦਿੱਤੀ ਸੀ, ਮੈਨੂੰ ਸੋਝ ਆ ਜਾਂਦੀ ਸੀ, ਸੋਝੀ ਪੈ ਜਾਂਦੀ ਸੀ ਕਿ ਕੋਈ ਨਾ ਕੁਝ ਕਰੀ ਜਾਓ। ਉਸ ਤੋਂ ਪਹਿਲਾਂ ਖਿੱਚੀਆਂ ਹੋਈਆਂ ਸਾਰੀਆਂ। ਮੇਰੇ ਕੋਲ ਹਰ ਇੰਚ ਦੀ ਤਸਵੀਰ ਮੈਂ ਖਿੱਚੀ ਹੋਈ ਹੈ, 200-300 ਤਸਵੀਰ ਹੈ। ਮੈਂ ਉਹਦੀ ਐਲਬਮ ਵੀ ਇੱਕ ਕਾਫੀ ਟੇਬਲ ਟਾਈਪ ਬਣਾਵਾਂਗਾ ਜੀ, ਜਿਹਦੇ ਵਿੱਚ 150 ਤਸਵੀਰ ਹੋਏਗੀ। ਤੇ ਇੱਕ ਐਲਬਮ ਮੈਂ ਬਣਾਈ ਹੈ ਬਾਬਾ ਅਕਾਲ ਤਖ਼ਤ ਬਾਬਾ ਅਟਲ ਦੇ ਅੰਦਰ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦੀਆਂ ਪੇਂਟਿੰਗਸ ਨੇ ਪੁਰਾਣੀਆਂ, ਅੱਜ ਤੋਂ 100-200 ਸਾਲ ਪਹਿਲਾਂ ਜੀ, ਉਹਨਾਂ ਦੀਆਂ ਤਸਵੀਰਾਂ ਵੀ ਮੈਂ 1967 ਦੇ ਵਿੱਚ ਖਿੱਚੀਆਂ ਸੀ ਜੀ। ਤੇ ਉਦੋਂ ਸਾਰੀਆਂ ਚੀਜ਼ਾਂ ਓਰੀਜਨਲ ਸੀਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਰੀਪ੍ਰਿੰਟ ਕਰ ਦਿੱਤਾ, ਦੁਬਾਰਾ ਰਿਪੇਅਰ ਕਰ ਦਿੱਤਾ। ਉਹ ਜਿਹੜੀ ਓਰੀਜਨਲ ਚੀਜ਼ ਸੀ ਉਹ ਮਰ ਗਈ ਜੀ। ਜੀ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿਸ ਤਰੀਕੇ ਦਾ ਵਿਰਸਾ ਤੁਸੀਂ ਸਾਂਭੀ ਬੈਠੇ ਆ, ਜਿਸ ਤਰੀਕੇ ਦੀ ਅਸੀਂ ਕੌਮ ਦੀਆਂ ਕਹਿ ਸਕਦੇ ਹਾਂ ਬਹੁਤ ਕੀਮਤੀ ਚੀਜ਼ਾਂ ਸਾਂਭੀ ਬੈਠੇ ਆ, ਉਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਸ਼ੁਭ ਸ਼ਾਮਾਂ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਤੱਕ ਇਹ ਸੁਨੇਹਾ ਪਹੁੰਚੇ ਔਰ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਘੱਟੋ ਘੱਟ ਮਿਲ ਜਾਣ। ਹਕੀਕਤਨ ਭਾਵੇਂ ਉਹ ਧਰਤੀ ਤੇ ਮੌਜੂਦ ਨਹੀਂ ਆ, ਪਰ ਤਸਵੀਰਾਂ ਦੇ ਜ਼ਰੀਏ ਸਹੀ ਉਹਨਾਂ ਨੂੰ ਜ਼ਰੂਰ ਮਿਲ ਜਾਣ। ਸਮਾਂ ਕੱਢਿਆ ਸਾਡੇ ਲਈ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਤਸਵੀਰਾਂ ਦੇ ਜ਼ਰੀਏ ਜਿਹੜੀ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਨੇ ਸਤਪਾਲ ਦਾਨਿਸ਼, ਤੇ ਹੁਣ ਵੀ ਕੁਝ ਤਸਵੀਰਾਂ ਦੇ ਤੁਹਾਨੂੰ ਦਰਸ਼ਨ ਜ਼ਰੂਰ ਅਸੀਂ ਇਸ ਇੰਟਰਵਿਊ ਦੇ ਦੌਰਾਨ ਕਰਵਾਉਂਦੇ ਰਹੇ ਹਾਂ। ਔਰ ਇਹ ਤਸਵੀਰਾਂ ਜਿਹੜੀਆਂ ਸਾਂਭਣ ਲਾਇਕ ਨੇ, ਇਹ ਵਿਰਸਾ ਜਿਹੜਾ ਸਾਂਭਣ ਲਾਇਕ ਆ, ਇਹੀ ਉਹ ਹਕੀਕਤ ਆ ਜਿਹੜੀ ਹਕੀਕਤਨ ਧਰਤੀ ਦੇ ਉੱਤੇ ਨਹੀਂ ਆ, ਪਰ ਤਸਵੀਰਾਂ ਦੇ ਜ਼ਰੀਏ ਸਾਡੇ ਤੱਕ ਸਦੀਆਂ ਤੱਕ ਰਹਿ ਸਕਦੀ ਆ। ਫਿਲਹਾਲ ਸੋਚ ਜਿਹੜੀ ਇਹਨਾਂ ਨੂੰ ਸਾਂਭਣ ਦੀ ਹੋਣੀ ਚਾਹੀਦੀ ਆ, ਇਹਨਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਹੋਣੀ ਚਾਹੀਦੀ ਆ। ਤੁਸੀਂ ਦੇਖਦੇ ਰਹੋ ਔਨ ਏਅਰ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਦੇ ਨਾਲ ਕੁਝ ਦਿਨ ਫਿਰ ਜੁੜਦੇ ਰਵਾਂਗੇ। ਮੈਂ ਰਮਨ ਤੋਂ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ।